3-4 ਮਹੀਨੇ ਪਿੱਛੇ ਤੁਸੀਂ ਚਲੇ ਜਾਓ, ਜਦੋਂ ਚੰਨੀ ਸਰਕਾਰ ਆਈ ਹੈ। ਚੰਨੀ ਸਰਕਾਰ ਨੇ ਬਹੁਤ ਹੀ ਮਨ ਲੁਭਾਵਨੀਆਂ ਲੋਕਾਂ ਨੂੰ ਫੈਸਿਲਿਟੀਆਂ ਦਿੱਤੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਵਾਅਦੇ ਕੀਤੇ, ਇਸ ਤਰ੍ਹਾਂ ਕਰਾਂਗੇ। ਲੋਕੀ ਉਹਨਾਂ ਚੀਜ਼ਾਂ ਨੂੰ ਵੋਟ 'ਚ ਕਨਵਰਟ ਨਹੀਂ ਕੀਤਾ। ਚੰਨੀ ਸਰਕਾਰ ਹਾਰ ਗਈ। ਇਸ ਤਰ੍ਹਾਂ ਹੀ ਆਪ ਸਰਕਾਰ ਆਈ। ਆਪ ਸਰਕਾਰ ਬੈਠੇ ਬਿਠਾਏ, ਚਲੋ ਕੋਈ ਵੀ ਕਾਰਨ ਸੀਗਾ, ਪਰ ਇਸ ਸਮੇਂ ਉਹ ਸਰਕਾਰ ਆ ਗਈ। ਤੁਸੀਂ ਇਹ ਦੇਖੋ, ਉਹ ਇੱਕ ਐਸੀ ਕਾਰ ਦੇ ਵਿੱਚ ਸਵਾਰ ਹੋਈ ਜਿਹਦੇ ਨਾ ਟਾਇਰ ਹੈ, ਨਾ ਕਿਤੇ ਉਹ ਚੱਲਦੀ ਹੈ, ਨਾ ਕਿਤੇ ਪੈਂਚਰ ਕਾਰ ਹੈ, ਉਸ ਕਾਰ ਨੂੰ ਇਹਨਾਂ ਨੇ ਚਲਾਉਣਾ ਹੈ। ਉਹ ਕਿੱਦਾਂ ਚਲਾਉਣਗੇ, ਬੜਾ ਵੱਡਾ ਮੁਸ਼ਕਿਲ ਹੈ ਕਿ ਇਕੱਲੇ ਦੇਖੋ ਡਰਾਈਵਰ ਬਦਲਣ ਦੇ ਨਾਲ ਤੁਸੀਂ ਕਹੋਗੇ ਕਿ ਕਾਰ ਬਹੁਤ ਜ਼ਿਆਦਾ ਚੱਲਣ ਲੱਗ ਪਏਗੀ। ਇਸ ਤਰੀਕੇ ਨਾਲ ਨਹੀਂ, ਪਹਿਲਾਂ ਸਟਰਕਚਰ, ਕਾਰ ਬਦਲੇਗੀ, ਡਰਾਈਵਰ ਜਿੰਨਾ ਮਰਜ਼ੀ ਬਾਅਦ 'ਚੋਂ ਵੀ ਅੱਛਾ ਆ ਜਾਏਗਾ। ਕਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੁਗੇਸ਼ ਸੂਰੀ ਹਾਰਦਿਕ ਸਵਾਗਤ ਕਰਦਾ ਹਾਂ। ਨਿਊਜ਼ ਚਰਚਾ, ਵਿਚਾਰ ਚਰਚਾ ਦੇ ਉੱਤੇ ਅੱਜ ਨਿਊਜ਼ ਲਿੰਕਰ ਦਾ ਜੋ ਵਿਸ਼ੇਸ਼ ਕਾਰਜਕ੍ਰਮ ਹੈ, ਉਸ ਦੇ ਵਿੱਚ ਅੱਜ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜਲੰਧਰ ਦੇ ਵੱਡੇ ਸਨਅਤਕਾਰ ਅਤੇ ਜਲੰਧਰ ਦੇ ਇੱਕ ਰਾਜਨੀਤਿਕ ਵਿਸ਼ੇਸ਼ज्ञ ਦੀ ਤੌਰ 'ਤੇ ਜਾਣੇ ਜਾਂਦੇ ਮਿਸਟਰ ਦੀਪਕ ਸੂਰੀ ਦੇ ਨਾਲ। ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਚੱਲ ਰਹੀਆਂ ਹੁਣ ਤੱਕ ਦੀਆਂ ਆਮ ਨਵੀਂ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਤੀਵਿਧੀਆਂ ਬਾਰੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਅੱਜ ਅਸੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਦੇ, ਪੰਜਾਬ ਦੇ ਵਿੱਚ ਕਾਂਗਰਸ ਦੇ, ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ, ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਖਿਰ ਹਾਰ ਦੇ ਕਾਰਨ ਕੀ ਰਹੇ। ਅਸੀਂ ਜਾਣਨਾ ਚਾਹਾਂਗੇ ਕਿ ਜਿਹੜੀਆਂ ਗਰੰਟੀਆਂ ਦੇ ਨਾਲ ਆਮ ਆਦਮੀ ਪਾਰਟੀ ਅੱਜ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੀ ਬਹੁਤ ਵੱਡੇ ਪ੍ਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਉਣ 'ਚ ਕਾਮਯਾਬ ਹੋਈ ਹੈ। ਅਸੀਂ ਦੀਪਕ ਜੀ को जानना ਚਾਹਾਂਗੇ, ਦੀਪਕ ਸੂਰੀ ਜੀ को, ਕਿ ਦੀਪਕ ਜੀ ਦੇ ਇਸ ਬਾਰੇ ਕੀ ਵਿਚਾਰ ਹੈ। ਦੀਪਕ ਜੀ ਦੱਸਣਗੇ ਕਿ ਇਹਦੇ ਰਾਜਨੀਤਿਕ ਜਿਹੜੇ ਐਨਾਲਿਸਿਸ ਕੀ ਨੇ, ਕਿਹੜਾ ਸਮੀਕਰਨਾਂ ਦੇ ਉੱਤੇ ਚੱਲ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਸਰਕਾਰ ਬਣਾਉਣ 'ਚ ਕਾਮਯਾਬ ਰਹੀ, ਅਤੇ ਕਿਹਨਾਂ ਸਮੀਕਰਨਾਂ, ਕਿਹਨਾਂ ਕਾਰਨਾਂ ਦੇ ਕਾਰਨ ਪੰਜਾਬ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਸੀ, ਜਿਨ੍ਹਾਂ ਨੂੰ ਅਸੀਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਜਿਨ੍ਹਾਂ ਨੂੰ ਅਸੀਂ ਬੀਜੇਪੀ, ਬਸਪਾ ਦੀ ਤੌਰ 'ਤੇ ਜਾਣਦੇ ਸੀ, ਉਹ ਬੁਰੀ ਤਰ੍ਹਾਂ ਫਲਾਪ ਰਹੀਆਂ ਹੈ। ਦੀਪਕ ਜੀ ਨਮਸਕਾਰ। ਨਮਸਕਾਰ ਜੋਗੇਸ਼ ਜੀ, ਔਰ ਨਿਊਜ਼ ਲਿੰਕਰ ਦੇ ਦਰਸ਼ਕਾਂ ਨੂੰ ਬਹੁਤ ਬਹੁਤ ਨਮਸਕਾਰ। ਪੰਜਾਬ ਤੋਂ ਸਭ ਤੋਂ ਪਹਿਲਾਂ ਜੋ ਇਸ ਸਮੇਂ ਹਾਲਾਤ ਬਣੇ ਹੈ, ਤੁਸੀਂ ਪਿੱਛੇ ਲੈ ਕੇ ਜਾਓਗੇ, ਜਦੋਂ ਤੱਕ ਕੈਪਟਨ ਸਰਕਾਰ ਸੀਗੀ ਉਦੋਂ ਤੱਕ ਹਾਲਾਤ ਇੰਨੇ ਖਰਾਬ ਨਹੀਂ ਸੀਗੇ ਜਿੰਨੇ ਜਦੋਂ ਕਾਂਗਰਸ ਨੇ ਆਪਣੇ ਹੀ ਘਰ ਵਿੱਚ ਲੜਾਈ ਸ਼ੁਰੂਆਤ ਕੀਤੀ, ਸਿੱਧੂ ਜਾਂ ਗੁੱਟਬਾਜ਼ੀ ਨੂੰ ਇੱਕ ਬੜਾਵਾ ਦਿੱਤਾ। ਇੱਕ ਮੁੱਢਵੀਰ ਜੋ ਕੈਪਟਨ ਸੀਗੇ, ਜਿਨ੍ਹਾਂ ਨੇ ਪਿਛਲੀ ਸਰਕਾਰ ਸਿਰਫ ਇਸ ਕਰਕੇ ਆਈ ਸੀ ਕਿਉਂਕਿ ਕੈਪਟਨ ਜੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਈ ਸੀ। ਉਹਨਾਂ ਨੇ ਉਦੋਂ ਇਹ ਵੀ ਕਿਹਾ ਸੀਗਾ ਕਿ ਰਾਹੁਲ ਗਾਂਧੀ ਜੀ ਪੰਜਾਬ ਛੋੜ ਦੇਣ, ਇਹਨੂੰ ਮੈਂ ਇਕੱਲਾ ਸੰਭਾਲ ਲਵਾਂਗਾ। ਅਤੇ ਉਸ ਬੇਸ 'ਤੇ ਉਹਨਾਂ ਨੂੰ ਇੱਕਦਮ ਨਿਗਲੈਕਟ ਨਹੀਂ ਸੀ ਕਰਨਾ ਚਾਹੀਦਾ। ਉਸ ਬੇਸ ਤੋਂ ਸ਼ੁਰੂਆਤ ਲੜਾਈ ਹੁੰਦੇ ਆਪਣੇ ਘਰ 'ਚ ਜਦੋਂ ਇਹਨਾਂ ਨੇ ਲੜਾਈ ਸ਼ੁਰੂਆਤ ਕੀਤੀ, ਉਦੋਂ ਇਹ ਸੰਗਠਨ ਕਮਜ਼ੋਰ ਹੁੰਦਾ ਗਿਆ। ਆਪ ਨੂੰ ਵੀ ਇੰਨੀ ਉਮੀਦ ਨਹੀਂ ਸੀਗਾ ਕਿ ਅਸੀਂ ਇਸ ਤਰੀਕੇ ਦੇ ਨਾਲ ਅਸੀਂ ਜਿੱਤ ਹਾਸਿਲ ਕਰਾਂਗੇ, ਕਿਉਂਕਿ ਜਦੋਂ ਕਾਂਗਰਸ ਕਮਜ਼ੋਰ ਹੋਈ, ਉਹਦੇ ਬਾਅਦ ਕਿਸਾਨ ਅੰਦੋਲਨ ਦਾ ਬਹੁਤ ਵੱਡਾ ਇਫੈਕਟ ਪਿਆ, ਕਿਉਂਕਿ ਭਾਜਪਾ ਦਾ ਜਿਹੜਾ ਰੋਲ ਸੀਗਾ ਉਹ ਬਿਲਕੁਲ ਘਟ ਗਿਆ। ਉਹਦੇ ਬਾਅਦ ਪੰਜਾਬ 'ਚ ਨਵੇਂ ਸਮੀਕਰਨ ਬਣੇ, ਨੂੰ ਪ੍ਰਚੰਡ ਬਹੁਮਤ ਮਿਲੀ ਆਪ ਨੂੰ, ਔਰ ਇਹਨਾਂ ਦੇ ਵਿੱਚ ਬਾਕੀ ਪਾਰਟੀਆਂ ਦਾ ਕੀ ਇਹਦੇ 'ਚ ਕਿਹੜੇ ਸਮੀਕਰਨ ਤੁਸੀਂ ਲਾ ਕੇ ਚੱਲਦੇ ਹੋ ਕਿ ਕੀ ਕਾਰਨ ਰਹੇ ਐਸੇ ਕਿ ਬਹੁਮਤ ਲੈ ਕੇ, ਇੰਨੀ ਪ੍ਰਚੰਡ ਬਹੁਮਤ ਲੈ ਕੇ 92 ਸੀਟਾਂ ਦੇ ਨਾਲ ਪੰਜਾਬ ਦੇ ਵਿੱਚ ਆਪ ਜਿਹੜੀ ਹੈ ਉਹ ਸੱਤਾ ਦੇ ਵਿੱਚ ਆਈ ਹੈ। ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਆਪ ਨੂੰ ਬਹੁਤ ਜ਼ਿਆਦਾ ਪ੍ਰਚੰਡ ਬਹੁਮਤ ਮਿਲਿਆ, ਜਿਸ ਦੀ ਉਮੀਦ ਸ਼ਾਇਦ ਉਹਨਾਂ ਨੂੰ ਖੁਦ ਵੀ ਨਹੀਂ ਸੀ ਕਿ ਇਹ ਚੀਜ਼ ਇੰਨਾ ਸਾਨੂੰ ਪ੍ਰਚੰਡ ਬਹੁਮਤ ਮਿਲੇਗਾ। ਕਿਉਂਕਿ ਸਭ ਤੋਂ ਦੇਖੋ, ਮੈਂ ਇੱਕ ਕਹਿ ਕਰਦਾ ਵਾਂ ਕਿ ਇੱਕ ਤਾਂ ਇੱਥੇ ਬਦਲਾਵ ਆਦਮੀ, ਕਿਉਂਕਿ ਇੱਥੇ ਹਰ ਇਨਸਾਨ ਨੂੰ ਇੱਕ ਬਦਲਾਵ ਚਾਹੀਦਾ ਸੀਗਾ। ਬਦਲਾਵ ਦੀ ਉਮੀਦ ਮੇਰਾ ਖਿਆਲ ਖੁਦ ਆਪ ਵਾਲਿਆਂ ਨੂੰ ਵੀ ਨਹੀਂ ਸੀਗੀ, ਕੇਜਰੀਵਾਲ ਜੀ ਹਰਾਂ ਨੂੰ ਵੀ ਖੁਦ ਉਮੀਦ ਨਹੀਂ ਸੀਗੀ ਕਿ ਅਸੀਂ ਇੰਨਾ ਪ੍ਰਚੰਡ ਬਹੁਮਤ ਜਾ ਕੇ ਲੈ ਜਾਵਾਂਗੇ। ਉਹਦੀ ਸਭ ਤੋਂ ਵਜ੍ਹਾ ਇਹ ਹੋਈ ਹੈ ਕਿ ਸਭ ਤੋਂ ਜ਼ਿਆਦਾ ਇਹਨਾਂ ਨੂੰ ਸਟਰਗਲ ਕਰਨ ਵਾਸਤੇ
ਮੈਦਾਨ 'ਚ ਦੂਸਰੀਆਂ ਪਾਰਟੀਆਂ ਬਿਲਕੁਲ ਨਿਗਲੈਕਟ ਸੀਗੀ, ਉਹ ਮਤਦਾਤਾ ਨੂੰ ਇਨਫੈਕਟ ਨਹੀਂ ਕਰ ਸਕੀਆਂ ਕਿਉਂਕਿ ਉਹਨਾਂ ਦਾ ਕੋਈ ਰੋਲ ਨਹੀਂ ਸੀ ਰਹਿ ਗਿਆ। ਅਕਾਲੀ ਬੀਐਸਪੀ ਦੇ ਨਾਲ ਗਠਬੰਧਨ ਕਰਕੇ, ਭਾਜਪਾ ਜਿਹੜਾ ਕਿਸਾਨ ਅੰਦੋਲਨ ਕਰਕੇ ਵੈਸੇ ਹੀ ਬੈਕਫੁੱਟ 'ਤੇ ਸੀ ਕਿਉਂਕਿ ਮੋਦੀ ਜੀ ਵੀ ਜਦੋਂ ਇਲੈਕਸ਼ਨ 'ਤੇ ਆਏ ਉਹਨਾਂ ਨੇ ਬਹੁਤ ਅੱਛੇ ਚੀਜ਼ਾਂ ਵੀ ਕਰਨੀਆਂ ਚਾਹੁੰਦੀਆਂ ਸੀਗੀਆਂ, ਪਰ ਜਿਹੜਾ ਪੰਜਾਬ ਦਾ ਜਿਹੜਾ ਮਤਦਾਤਾ ਹੈ ਉਹ ਇੱਕ ਬਦਲਾਵ ਨੂੰ ਲੈ ਕੇ ਆਇਆ ਹੋਇਆ ਸੀਗਾ, ਜਿਹੜਾ ਇੱਕ ਦੂਸਰੀ ਸੋਚ ਵੀ ਸੀਗੀ ਉਹਨਾਂ ਦੇ ਨਾਲ ਜੁੜੀ ਹੋਈ ਆਪ ਦੇ ਨਾਲ। ਲੋਕਾਂ ਨੇ ਸਿਰਫ ਝਾੜੂ ਨੂੰ ਵੋਟ ਪਾਈ ਹੈ, ਨਹੀਂ ਤੇ ਦੇਖੋ ਆਪ ਵਿੱਚ 52% ਅਪਰਾਧਿਕ ਦੇ ਛਵੀ ਦੇ ਉਮੀਦਵਾਰ ਸੀਗੇ। ਉਹਨਾਂ ਨੇ ਇੱਕ ਬਦਲਾਵ ਸਿਰਫ ਇੱਕ ਝਾੜੂ ਨੂੰ ਵੋਟ ਪਾਈ ਹੈ ਕਿ ਅਸੀਂ ਝਾੜੂ ਨੇ ਇੱਕ ਬਦਲਾਵ ਦਿੱਤਾ ਹੈ, ਕਿਉਂਕਿ ਦੂਸਰਿਆਂ ਇਹਨਾਂ ਦੇ ਕੋਲ ਸਟਰਗਲ ਵਾਸਤੇ ਸਾਹਮਣੇ ਕੁਝ, ਕਿਉਂਕਿ ਪਾਰਟੀਆਂ ਸਾਰੀਆਂ ਬਿਖਰੀਆਂ ਹੋਈਆਂ ਸੀ। ਭਾਜਪਾ ਨੂੰ ਤਾਂ ਉਮੀਦ ਨਹੀਂ ਸੀਗੀ ਕਿ ਅਸੀਂ ਇਸ ਲੈਵਲ 'ਤੇ ਆਵਾਂ, ਕਿਉਂਕਿ ਪਹਿਲੀ ਦਫਾ ਉਹ ਲੜਾਈ ਅਕੇਲੇ ਹੀ ਇਸ ਦਮ 'ਤੇ ਪੰਜਾਬ 'ਚ ਲੜਨਾ ਸ਼ੁਰੂ ਕਰਨ ਲੱਗੀ ਸੀ, ਕਿਉਂਕਿ ਉਹਦਾ ਸੰਗਠਨ ਦਾ ਜਿਹੜਾ ਸੰਗਠਨ ਹੈ ਉਹ ਵੀ ਪਿੰਡਾਂ ਤੱਕ, ਗਾਉਂ ਤੱਕ ਨਹੀਂ ਹੈਗਾ। ਦੂਸਰੀ ਅਕਾਲੀ ਦਲ ਬੀਐਸਪੀ ਦੇ ਨਾਲ ਜਾ ਕੇ ਆਪਣਾ ਜਿਹੜਾ ਉਹਨਾਂ ਦਾ ਆਪਣਾ ਖੁਦ ਦਾ ਜਿਹੜਾ ਸੀਗਾ ਵੋਟ ਬੈਂਕ, ਉਹ ਸਾਰਾ ਕਨਵਰਟ ਹੋ ਚੁੱਕਿਆ ਹੋਇਆ ਸੀਗਾ ਆਪ ਵੱਲ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਸਟਰਗਲ ਨੂੰ ਵੀ, ਕਿਉਂਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਜਿਹੜੀ ਆਈ ਹੈ, ਇਹ ਕਿਸਾਨ ਅੰਦੋਲਨ ਨੇ ਬਹੁਤ ਜ਼ਿਆਦਾ ਇੱਕ ਸੋਚ ਨੂੰ, ਜਿਹੜੀ ਅਸੀਂ ਅਲਗਾਵਵਾਦੀ ਸੋਚ ਵੀ ਕਹਿ ਸਕਦੇ ਹਾਂ, ਕੁਝ ਵੀ ਹੈ, ਇਹ ਜਿਹੜੀ ਸੋਚ ਨਾ ਪਿੰਡਾਂ 'ਚ ਬਹੁਤ ਜ਼ਿਆਦਾ ਹਾਈ ਲੈਵਲ 'ਤੇ ਸੀਗੀ, ਜਿਨ੍ਹਾਂ ਨੇ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਟਰਗਲ ਨੂੰ ਵੀ ਇਫੈਕਟ ਨਹੀਂ ਸੋਚਿਆ ਨਹੀਂ। ਉਹਦੇ ਬਾਅਦ ਅਸੀਂ ਕਾਂਗਰਸ ਵਾਲੀ ਹੈ, ਕਾਂਗਰਸ ਨੇ ਖੁਦ ਹੀ ਪੰਜਾਬ ਦੀ ਸੱਤਾ ਆਪ ਨੂੰ ਸੌਂਪੀ ਹੈ। ਚਾਹੁੰਦੇ ਤੇ ਸਟਰਗਲ ਕਰ ਸਕਦੇ ਸੀਗੇ, ਉਹੀ ਵਾਲਾ ਮੈਚ ਹੋ ਗਿਆ ਬੰਗਲਾਦੇਸ਼ ਨਾਲ ਮੈਚ ਸੀ, ਬੰਗਲਾਦੇਸ਼ ਦੇ ਸਾਹਮਣੇ ਆਪ ਹੀ ਹਿੱਟ ਵਿਕਟ ਹੁੰਦੇ ਰਹੇ ਤੇ ਉਹ 'ਚ ਬੰਗਲਾਦੇਸ਼ ਨੇ ਤਾਂ ਜਿੱਤਣਾ ਹੀ ਸੀ। ਦੂਸਰੀ ਗੱਲ ਇਹ ਹੈ ਕਿ ਇਹਨਾਂ ਦੀ ਆਪਣੀ ਜਿਹੜੀ ਅੰਦਰੂਨੀ ਸੀਗੀ, ਸਭ ਤੋਂ ਵੱਡਾ ਇਫੈਕਟ ਮੈਂ ਨਹੀਂ ਸਮਝਦਾ ਕਿ ਹਾਈ ਕਮਾਨ ਇੰਨੀ ਸੋਚ ਹੋ ਕੇ ਵੀ ਇਹਨਾਂ ਨੇ ਇੱਕਦਮ ਆਪਣੀ ਲੜਾਈ ਦੂਸਰੀ ਪਾਰਟੀ ਨੂੰ ਕਨਵਰਟ ਕਰ ਦਿੱਤੀ, ਆਪਣੀ ਸਾਰੀ ਵੋਟ ਬੈਂਕ ਸਾਰਾ ਕੁਝ। ਦੇਖੋ ਚੰਨੀ ਜੀ ਨੇ ਆ ਕੇ ਇੱਕਦਮ ਕਿੰਨੀਆਂ ਮਨ ਲੁਭਾਵਨੀਆਂ ਇਹਨਾਂ ਨੇ ਯੋਜਨਾਵਾਂ ਸ਼ੁਰੂ ਕੀਤੀਆਂ, ਇਹ ਉਹ ਵੀ ਉਸ ਚੀਜ਼ ਦੇ ਉੱਤੇ ਇਫੈਕਟ ਨਹੀਂ ਲਿਆ ਸਕੀਆਂ, ਕਿਉਂਕਿ ਇਹਨਾਂ ਨੇ ਕੈਪਟਨ ਨੂੰ ਇੱਕ ਪੁਰਾਣੀ ਸਟਰਗਲ ਸੀ ਉਹਨੂੰ ਖ਼ਤਮ ਕਰ ਦਿੱਤਾ ਸੀ। ਦੂਸਰਾ ਇਹਨਾਂ ਦੀ ਆਪਣੀ ਜਿਹੜੀ ਅੰਦਰੂਨੀ ਲੜਾਈ ਗੁੱਟਬਾਜੀ ਸੀ, ਉਹ ਇੰਨੀ ਕੁ ਹਾਵੀ ਹੋ ਚੁੱਕੀ ਸੀਗੀ ਕਿ ਮਤਦਾਤਾ ਸਮਝ ਗਿਆ ਸੀਗਾ ਕਿ ਇਹ ਜਦੋਂ ਬਾਅਦ 'ਚੋਂ ਵੀ ਇਹ ਨੂੰਹ ਲੈ ਕੇ ਆਉਣੀ ਹੈ, ਲੜਾਕੀ ਨੂੰਹ ਜਦੋਂ ਘਰ 'ਚ ਵੀ ਆਉਣੀ ਹੈ ਤੇ ਫਿਰ ਲੜਾਈ ਪੈਣੀ ਹੈ, ਤੇ ਇਸ ਨੂੰ ਚੰਗਾ ਵਾ ਤੇ ਇਹਨੂੰ ਪਹਿਲਾਂ ਹੀ ਵਿਆਹ ਨਾ ਕਰਾਓ। ਇਸ ਕਰਕੇ ਆਪ ਨੂੰ ਬਿਨ ਮਤਲਬ ਦੀਆਂ ਵੋਟਾਂ, ਨਹੀਂ ਤੇ ਦੇਖੋ ਕਈਆਂ ਨੂੰ ਹਜੇ ਸੋਚ ਵੀ ਸਮਝ ਵੀ ਨਹੀਂ ਹੈਗੀ ਅਸੀਂ ਵੋਟਾਂ ਪਾਈਆਂ ਕਿੱਦਾਂ, ਸਾਰੀ ਵੋਟ। ਬਾਕੀ ਇਹਨਾਂ ਨੇ ਆਪ ਨੇ ਇੱਕ ਬਦਲਾਵ, ਇੱਕ ਗਰਾਊਂਡ ਲੈਵਲ 'ਤੇ ਇਹਨਾਂ ਨੇ ਕੰਮ ਕੀਤਾ ਹੋਇਆ ਸੀਗਾ, ਜਿਹੜਾ ਪਿੰਡਾਂ 'ਚ ਗਿਆ ਹੋਇਆ ਸੀ, ਕਿਉਂਕਿ ਦੇਖੋ ਸ਼ਹਿਰੀ ਵਰਗ ਅਤੇ ਪਿੰਡਾਂ ਦੀ ਸੋਚ 'ਚ ਦੋਨਾਂ 'ਚ ਜ਼ਮੀਨ ਆਸਮਾਨ ਦਾ ਅੰਤਰ ਹੈ। ਪਿੰਡਾਂ 'ਚ ਇੱਕ ਅਲੱਗ ਜਿਹੜੀ ਸੋਚ ਹੈ, ਜਿਹੜੀ ਅਕਾਲੀ ਦਲ ਉਹਨਾਂ ਦੇ ਉੱਤੇ ਹਾਵੀ ਹੁੰਦੀ ਸੀ, ਉਹਦੇ ਉੱਤੇ ਹੋ ਗਈ ਆਪ, ਅਤੇ ਜਿਹੜੀ ਸ਼ਹਿਰੀ ਵੋਟ ਸੀ ਵੀ ਉਹ ਮੁੱਦਿਆਂ 'ਤੇ ਹੁੰਦੇ ਹੋਏ ਵੀ ਆਪ ਨੂੰ ਹੀ ਵੋਟ ਲੈ ਗਈ। ਸਟਰਗਲ 3-4 ਤਰਫਾ ਹੋਣ ਦੀ ਜਗ੍ਹਾ ਅਕਾਲੀ, ਕਾਂਗਰਸ, ਆਪ ਅਤੇ ਭਾਜਪਾ, ਅਤੇ ਪੰਜਵਾਂ ਇਫੈਕਟ ਸੀਗੀ ਕਾਂਗਰਸ ਦੀ ਆਪਣੀ ਗੁੱਟਬਾਜੀ। 4 ਫੈਕਟਰਾਂ ਨਾਲ 5 ਫੈਕਟਰ ਦੇ ਉੱਤੇ ਲੜਾਈ ਹੋਣ ਦੇ ਕਾਰਨ ਆਪ ਨੂੰ ਬੜਾ ਹੀ ਸਮਰਥਨ ਮਿਲਿਆ, ਜਿਸ ਵਜ੍ਹਾ ਨਾਲ 92 ਸੀਟਾਂ ਲੈ ਕੇ ਇਹ ਪੰਜਾਬ ਵਿੱਚ ਹਾਵੀ ਰਹੇ ਨੇ। ਬੀਜੇਪੀ ਦਾ ਜੋ ਵਰਤਮਾਨ ਸਥਾਨ ਹੈ, ਬੀਜੇਪੀ ਦਾ ਜੋ ਵਰਤਮਾਨ ਇਸ ਟਾਈਮ ਤੁਸੀਂ ਦੇਖ ਰਹੇ ਹੋ, ਕਿਸ ਨਜ਼ਰ ਨਾਲ ਦੇਖ ਰਹੇ ਹੋ ਤੁਸੀਂ ਬੀਜੇਪੀ ਦਾ ਅੱਗੇ ਜੋ ਆਉਣ ਵਾਲੇ ਸਮੇਂ 'ਚ ਕੀ ਭਵਿੱਖ ਰਹੇਗਾ? ਦੇਖੋ ਬੀਜੇਪੀ ਤੇ ਸਾਡੀ ਵੈਸੇ ਹੀ ਰੂਹ ਹੈਗੀ ਹੈ। ਬੀਜੇਪੀ ਦਾ ਸਿਰਫ ਇੱਕ ਪੰਜਾਬ 'ਚ ਥੋੜ੍ਹਾ ਜਿਹਾ ਗਰਾਊਂਡ ਲੈਵਲ 'ਤੇ ਕੰਮ ਬਿਲਕੁਲ ਨਹੀਂ ਹੈਗਾ, ਅਸੀਂ ਸ਼ਹਿਰੀ ਹੀ ਲੈਵਲ 'ਤੇ ਹੈਗੇ ਹਾਂ। ਉਹਦੇ 'ਚ ਵੀ ਅਸੀਂ ਜ਼ਿਆਦਾਤਰ ਇਹ ਭਾਜਪਾ ਦਾ ਜਿਹੜਾ ਗਰਾਊਂਡ ਲੈਵਲ ਹੈ ਬਹੁਤ ਜ਼ਿਆਦਾ ਕਮਜ਼ੋਰ ਹੈ। ਜਿਹੜਾ ਹਾਈ ਲੈਵਲ ਹੈ ਉਹ ਜ਼ਿਆਦਾਤਰ ਦੇਖੋ ਇਹ ਭਾਜਪਾ ਪਰਿਵਾਰਵਾਦ ਨੂੰ ਬੋਲਦੀ ਹੈ, ਪਰ ਜ਼ਿਆਦਾਤਰ ਜਿਹੜਾ ਉੱਪਰਲਾ ਲੈਵਲ ਹੈ ਉਹ ਸਾਰਾ ਗੁੱਟਬਾਜੀ 'ਚ ਕਿ ਮੇਰਾ ਗਰੁੱਪਿਜ਼ਮ ਹੈ ਅਤੇ ਮੇਰੇ ਗਰੁੱਪਿਜ਼ਮ ਨੇ ਆਉਣਾ ਹੈ। ਨੀਚੇ ਗਰਾਊਂਡ ਲੈਵਲ 'ਤੇ ਜਿਹੜਾ ਵਰਕਰ ਹੈ ਉਸ ਵਰਕਰ ਤੱਕ ਪਹੁੰਚ ਨਹੀਂ ਹੈਗੀ, ਜਿੰਨੇ ਅੱਗੇ ਕੰਮ ਕਰਨਾ ਹੈ।
ਹੁਣ ਦੇਖੋ ਇੱਕ ਛੋਟੀ ਜੀ ਸੋਚ ਹੈ ਕਿ ਸਭ ਨੇ ਝਾੜੂ ਨੂੰ ਵੋਟ ਪਾਈ ਹੈ, ਉਹਨਾਂ ਨੇ ਕੈਂਡੀਡੇਟ ਨਹੀਂ ਦੇਖਿਆ। ਚਾਹੇ 52% ਕੈਂਡੀਡੇਟ ਅਪਰਾਧਿਕ ਛਵੀ ਦੇ ਸੀਗੇ, ਤਾਂ ਵੀ ਉਹਨਾਂ ਨੇ ਸਿਰਫ ਇੱਕ ਝਾੜੂ ਨੂੰ ਵੋਟ ਪਾਈ ਹੈ। ਇਹੀ ਭਾਜਪਾ ਦਾ ਕਮਲ ਦਾ ਫੁੱਲ ਚਾਹੀਦਾ ਵਾ। ਸਾਡਾ ਲੈਵਲ, ਸਾਡਾ ਜਿਹੜਾ ਉੱਪਰਲਾ, ਹਰ ਬੰਦੇ ਨੂੰ ਟਿਕਟ ਚਾਹੀਦੀ ਹੈ, ਸੀਟ ਚਾਹੀਦੀ ਹੈ। ਸਾਡਾ ਸਟਰਗਲ ਭਾਜਪਾ ਦਾ ਬਹੁਤ ਹੀ ਘੱਟ ਹੈ। ਅਸੀਂ ਗਰਾਊਂਡ ਲੈਵਲ ਤੇ ਬਿਲਕੁਲ ਵੀ ਖੜੇ ਨਹੀਂ ਹੁੰਦੇ। ਸਾਡਾ ਗਰੁੱਪ ਹੈ ਤੇ ਗਰੁੱਪ ਦੀ ਟਿਕਟ ਗਰੁੱਪ ਕੋਲ ਹੈ। ਇਸ ਕਰਕੇ ਪੰਜਾਬ 'ਚ ਬਹੁਤ ਜ਼ਿਆਦਾ ਇਸ ਚੀਜ਼ ਦੇ ਉੱਤੇ ਲੋੜ ਹੈ ਕੰਮ ਕਰਨ ਦੀ, ਕਿਉਂਕਿ ਦੇਖੋ ਇਕੱਲਾ ਸ਼ਹਿਰਾਂ 'ਚ ਨਹੀਂ ਅਸੀਂ ਜਿੱਤਣਾ, ਅਸੀਂ ਪਿੰਡਾਂ 'ਚ ਵੀ ਜਾਣਾ। ਤੁਸੀਂ ਯੂਪੀ 'ਚ ਦੇਖ ਦਿਓ, ਯੂਪੀ 'ਚ ਵੀ ਗਰਾਊਂਡ ਲੈਵਲ ਤੇ ਹੈ। ਇੱਥੇ ਸਾਰੇ ਕੈਂਡੀਡੇਟ ਉੱਪਰ ਲੈਵਲ ਮੋਦੀ ਜੀ ਦੇ ਉੱਤੇ ਡਿਪੈਂਡ ਹੈ। ਇਹਨਾਂ ਦੇ ਆਪਣੀ ਇੱਕ ਸੋਚ ਜਿਹੜੀ ਪੰਜਾਬ ਦੇ ਮਤਦਾਤਾ ਨੂੰ ਚਾਹੀਦੀ ਹੈ, ਉਹ ਜ਼ੀਰੋ ਹੈ। ਜਲੰਧਰ ਸੈਂਟਰਲ ਦੇ ਵਿੱਚ, ਜਲੰਧਰ ਸੈਂਟਰਲ, ਜਲੰਧਰ ਵੈਸਟ ਔਰ ਜਲੰਧਰ ਨਾਰਥ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਇਸ ਵਾਰ ਭਾਰੀ ਬਹੁਮਤ ਦੇ ਨਾਲ ਨਾ ਸਹੀ, ਘੱਟ ਮਾਰਜਨ ਤੇ ਸਹੀ, ਪਰ ਇਸ ਵਾਰ ਵਿਧਾਇਕ ਆਪਣੇ ਬਣਾਏਗੀ। ਇੱਥੇ ਹਾਰ ਦਾ ਕੀ ਕਾਰਨ ਹੈ? ਬਿਲਕੁਲ, ਮੈਂ ਤੁਹਾਨੂੰ ਇੱਕ ਇਹੀ ਦੱਸਿਆ ਕਿ ਬਿਲਕੁਲ ਸਾਡੀ ਸਭ ਦੀ ਇਹੀ ਸੋਚ ਸੀ ਕਿ ਇਸ ਵਾਰੀ ਸ਼ਹਿਰੀ ਵੋਟ ਹੈ ਉਹ ਭਾਜਪਾ ਲੈ ਕੇ ਜਾਏਗੀ, ਪਰ ਇਸ ਤਰ੍ਹਾਂ ਹੋ ਨਹੀਂ ਸਕਿਆ। ਸਭ ਤੋਂ ਪਹਿਲਾਂ ਤੇ ਇੱਕ ਤੇ ਬਦਲਾਵ ਵੋਟਰ ਦੇ, ਕਈ ਵਾਰੀ ਸਾਡੀ ਆਪਸ 'ਚ ਜਿੱਦਾਂ ਕੋਈ ਆਂਦਾ ਸੀਗਾ, ਅਸੀਂ ਚ ਵੋਟ ਪਾਣੀ ਹੈ, ਕਿਸ ਨੂੰ ਪਾਣੀ ਹੈ ਜੀ, ਮੈਂ ਵੋਟ ਕਿਹਨੂੰ ਪਾਣੀ ਹੈ, ਮੈਂ ਆਪ ਨੂੰ ਪਾਣੀ ਹੈ। ਕਿਉਂ ਪਾਣੀ ਹੈ? ਸਕੂਲ ਵਧੀਆ ਜੀ, ਸਕੂਲ ਵਧੀਆ ਜੀ, ਉਹਦੇ 'ਚ ਇਹ ਵਧੀਆ ਜੀ। ਕਿਉਂਕਿ ਮਤਦਾਤਾ ਨੂੰ ਜਿਹੜਾ ਸਾਡਾ, ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸਿਆ ਕਿ ਸਾਡਾ ਜਿਹੜਾ ਸਟਰਗਲ, ਜਿਹੜਾ ਇੱਕ ਆਦਮੀ ਨੂੰ ਜਿੱਦ ਦੇ ਨਾਲ ਜਿੱਤਣਾ ਚਾਹੀਦਾ, ਉਹ ਸਾਡਾ ਗਰਾਊਂਡ ਲੈਵਲ ਤੇ ਕੰਮ ਕਿਸਾਨਾਂ ਕਰਕੇ, ਕਿਉਂਕਿ ਕਿਸਾਨ ਅੰਦੋਲਨ ਬਹੁਤ ਲੇਟ ਖਤਮ ਹੋਇਆ, ਇਸ ਕਰਕੇ ਉਹ ਫੀਲਡ 'ਚ ਭਾਜਪਾ ਦੇ ਲੀਡਰ ਹੈ ਨਹੀਂ ਸੀ। ਅਸੀਂ ਨੀਚੇ ਲੈਵਲ ਤੇ ਮਤਦਾਤਾ ਦੇ ਦਿਲ 'ਚ ਨਹੀਂ ਬੈਠੇ ਸੀ। ਅਸੀਂ ਉਹਨਾਂ ਨੂੰ, ਉਹਨਾਂ ਦੀਆਂ ਪ੍ਰੋਬਲਮ, ਉਹਨਾਂ ਦੀਆਂ ਸੁਣਵਾਈ, ਅਸੀਂ ਕਿਸੇ ਵੀ ਮੁੱਦੇ ਦੇ ਉੱਤੇ ਨਹੀਂ ਸੀ ਬੋਲ ਪਾਉਂਦੇ। ਅਸੀਂ ਕਿਸੇ ਮੁੱਦੇ ਦੇ ਨਾਲ ਉਹਨਾਂ ਦੇ ਗਹਿਰਾਈ ਤੱਕ ਨਹੀਂ ਸੀ ਉਤਰੇ ਹੋਏ। ਇਹ ਚੀਜ਼ਾਂ ਬੜੀਆਂ ਇਫੈਕਟ ਕੀਤੀਆਂ, ਕਿਉਂਕਿ ਸਭ ਨੇ ਜ਼ਿਆਦਾ ਸੋਚ ਕੇ ਅੱਛਾ ਜੀ ਇਹ ਵੀ ਇਸ ਤਰ੍ਹਾਂ ਹੈ, ਇਹ ਵੀ ਇਸ ਤਰ੍ਹਾਂ, ਤੇ ਉਹਨਾਂ ਨੇ ਸਿੱਧੀਆਂ ਹੀ ਵੋਟਾਂ ਪਾਤੀਆਂ ਝਾੜੂ। ਜੇ ਭਾਜਪਾ ਦੇ ਗਰਾਊਂਡ ਲੈਵਲ ਤੇ ਜਾਂ ਨੀਚੇ, ਮੈਂ ਤੁਹਾਨੂੰ ਅੱਗੇ ਦੱਸਿਆ ਹੈ ਕਿ ਸਭ ਤੋਂ ਜ਼ਿਆਦਾ ਭਾਜਪਾ 'ਚ ਕਮੀ ਕੀ ਹੈ? ਗਰੁੱਪਿਜ਼ਮ ਦੀ। ਨੀਚੇ ਵਰਕਰ ਦਾ ਕੰਮ ਬਹੁਤ ਘੱਟ ਹੈ। ਮੈਂ ਗੱਲ ਟੋਕਣੀ ਚਾਹੂੰਗਾ ਕਿ ਤੁਸੀਂ ਇਸ ਤਰ੍ਹਾਂ ਸਮਝਦੇ ਹੋ ਕਿ ਜਿਹੜੇ ਭਾਜਪਾ ਦੇ 올ਡ ਫੇਸਿਸ ਸਾਹਮਣੇ ਲਿਆਂਦੇ ਗਏ, ਕਿ ਇਹ ਚਿਹਰੇ ਬਦਲਣੇ ਚਾਹੀਦੇ ਸੀ? ਬਿਲਕੁਲ, ਦੇਖੋ ਬਦਲਾਵ ਤੇ ਚਾਹੀਦਾ ਸੀ, ਜਿੱਦਾਂ ਜੇ ਇਹਨਾਂ ਨੇ ਯੂਪੀ 'ਚ ਵੀ ਬਦਲਾਵ ਕੀਤਾ ਵਾ। ਬਦਲਾਵ ਮਸਟ, ਕਿਉਂਕਿ ਇਸ ਸਮੇਂ ਪੰਜਾਬ ਨੂੰ, ਮੈਂ ਤੁਹਾਨੂੰ ਇੱਕੋ ਹੀ ਦੱਸਿਆ, ਪੰਜਾਬ 'ਚ ਇੱਕ ਚੀਜ਼ ਤਾਂ ਇਕੱਲੇ ਚਿਹਰੇ ਬਦਲਣ ਜਾਂ ਅਸੀਂ ਦੂਸਰੀਆਂ ਪਾਰਟੀਆਂ ਦੇ ਚਿਹਰੇ, ਜਿਸ ਤਰ੍ਹਾਂ ਇਹਨਾਂ ਨੇ ਬੰਗਾਲ 'ਚ ਕੀਤਾ ਕਿ ਅਸੀਂ ਉਸ ਪਾਰਟੀ ਦਾ ਫੇਸ ਲਾਏ, ਅਸੀਂ ਉਸ ਪਾਰਟੀ ਦਾ ਫੇਸ ਲਾਏ, ਉਸ ਫੇਸ ਦੇ ਨਾਲ ਵੋਟ ਨਹੀਂ ਪੈਂਦੀ। ਵੋਟ ਪੈਂਦੀ ਹੈ ਮਤਦਾਤਾ ਦੇ ਦਿਲ 'ਚ ਜਾਣ ਨਾਲ। ਅਸੀਂ ਕੈਂਡੀਡੇਟ, ਅਸੀਂ ਫੇਸ ਨੂੰ ਤੇ ਬਦਲਦੇ ਹਾਂ, ਅਸੀਂ ਨੀਚੇ ਲੈਵਲ, ਗਰਾਊਂਡ ਲੈਵਲ ਤੇ ਕੰਮ ਨੇ ਅਸੀਂ ਪਕੜ ਨਹੀਂ ਪਾਉਂਦੇ। ਅਸੀਂ ਜ਼ਿਆਦਾਤਰ ਡਿਪੈਂਡ, ਭਾਜਪਾ ਜਿਹੜੀ ਪੰਜਾਬ ਦੀ ਭਾਜਪਾ ਤੁਸੀਂ ਦੇਖ ਲਓ, ਤੁਸੀਂ ਦੂਸਰੀਆਂ ਸਟੇਟਾਂ 'ਚ ਦੇਖ ਲਓ, ਉੱਥੇ ਗਰਾਊਂਡ ਲੈਵਲ ਹਾਰਡ ਵਰਕ ਹੈਗਾ ਵਾ, ਪਰ ਇੱਥੇ ਪੰਜਾਬ 'ਚ ਸਭ ਤੋਂ ਵੱਡਾ ਹੈਗਾ ਗਰੁੱਪਿਜ਼ਮ। ਹਰ ਬੰਦੇ ਨੂੰ ਪਤਾ ਬੈਠੇ ਬੈਠੇ ਇਸ ਬੰਦੇ ਨੂੰ ਟਿਕਟ ਮਿਲ ਜਾਣੀ ਹੈ, ਠੀਕ ਹੈ ਜੀ, ਉਹ ਬੰਦਾ ਜ਼ੋਰ ਦੇ ਨਾਲ ਕੰਮ ਨਹੀਂ ਕਰਦਾ। ਫਿਰ ਸਾਡਾ 5 ਸਾਲ ਤੱਕ ਸਾਡਾ ਕੋਈ ਵੀ ਇਹਨਾਂ ਦੇ ਨਾਲ ਲਿੰਕ ਨਹੀਂ ਰਹਿੰਦਾ, ਅਸੀਂ ਕੁਛ ਲੈਵਲ ਤੇ ਆਉਂਦੇ ਨਹੀਂ ਹਾਂ, ਤੇ ਜਿਹੜੀਆਂ ਸਾਡੀਆਂ ਬਹੁਤ ਜ਼ਿਆਦਾ ਇਹ ਕਮੀਆਂ ਹੈ। ਸ਼੍ਰੋਮਣੀ ਅਕਾਲੀ ਦਲ ਅਲਾਇੰਸ ਟੁੱਟਣ ਦਾ ਕੀ ਨੁਕਸਾਨ ਹੈ? ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕਦਮ ਟੁੱਟਣ ਦੇ ਨਾਲ, ਇੱਕ ਤੇ ਸਭ ਤੋਂ ਪਹਿਲਾਂ ਕਿਸਾਨ ਅੰਦੋਲਨ ਨਾਲ ਇਹ ਸੰਬੰਧ ਟੁੱਟਿਆ। ਹਰ ਚੀਜ਼ ਨੂੰ ਟੁੱਟਣ ਦੇ ਨਾਲ ਦੇਖੋ ਸਮੇਂ ਚਾਹੀਦਾ ਪਨਪਨ ਦਾ। ਇੱਕਦਮ ਠੀਕ ਹੈ ਅਸੀਂ ਤੋੜ ਲਿਆ ਸੀ ਇਸ ਲੈਵਲ ਦੇ, ਜੇ ਅਗਰ ਕਿਸਾਨ ਅੰਦੋਲਨ ਨਾ ਹੁੰਦਾ, ਅਸੀਂ ਸਿਰਫ ਆਪਣੇ ਲੈਵਲ ਤੇ ਵੀ ਚੱਲਦੇ, ਤਾਂ ਵੀ ਅਸੀਂ ਪੰਜਾਬ 'ਚ ਸਰਕਾਰ ਨਹੀਂ ਸੀ ਬਣਾ ਪਾਣੀ, ਕਿਉਂਕਿ ਸਾਡਾ ਗਰਾਊਂਡ ਲੈਵਲ ਸਿਰਫ ਸ਼ਹਿਰੀ ਵੋਟ ਤੱਕ ਹੈ। ਸਾਡਾ ਪਿੰਡਾਂ 'ਚ ਸ਼ਹਿਰੀ ਵੀ ਵੋਟ ਸਾਡਾ ਬਦਲਿਆ ਹੋਇਆ, ਕਿਉਂਕਿ ਦੇਖੋ ਮਤਦਾਤਾ ਦੇ ਨਾਲ ਜੁੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸਾਡੀ ਪੱਛਮੀ ਬੰਗਾਲ 'ਚ ਜਿੱਤਦੇ ਹਾਰ ਕਿਉਂ ਹੋਈ? ਕਿਉਂਕਿ ਸਭ ਤੋਂ ਵੱਡਾ ਲੈਵਲ ਹੈ ਕਿ ਅਸੀਂ ਇੱਕ ਟ੍ਰੈਂਡ ਸਾਡੇ ਕੋਲ ਹੈਗਾ ਕਿ ਇਸ ਪਾਰਟੀ ਦਾ ਫੇਸ ਇਹ ਵਾਲਾ ਮੇਨ ਫੇਸ ਆ ਜਾਏ, ਉਸ ਪਾਰਟੀ ਦਾ ਮੇਨ ਫੇਸ ਆ ਜਾਏ। ਸਾਡਾ ਗਰਾਊਂਡ ਲੈਵਲ, ਤੁਸੀਂ ਦੇਖੋ ਅੱਜ ਦੀ ਡੇਟ 'ਚ ਪੰਜਾਬ 'ਚ ਕੀ ਉਲਟਾ ਹੋਇਆ। ਜਿੰਨੇ ਵੱਡੇ ਫੇਸ ਲਏ ਨੇ, ਪਰ ਉਹ ਮਤਦਾਤਾ ਨੂੰ ਉਹ ਫੇਸ ਵੋਟ ਵਿੱਚ ਕਨਵਰਟ ਨਹੀਂ ਕਰ ਪਾਇਆ। ਦੀਪਕ ਜੀ, ਤੁਸੀਂ ਸਨਅਤਕਾਰ ਹੋ, ਤੁਸੀਂ ਰਾਜਨੀਤਿਕ ਵਿਸ਼ਲੇਸ਼ਕ ਹੋ, ਤੁਹਾਨੂੰ ਕੀ ਸਮਝ ਕੇ ਚੱਲੀਏ ਕਿ ਤੁਸੀਂ ਭਾਜਪਾ ਨੂੰ ਸਮਰਥਨ ਕਰ ਰਹੇ ਹੋ? ਭਾਜਪਾ ਤੇ ਦੇਖੋ ਰੂਹ ਹੈ,
ਭਾਜਪਾ ਸ਼ੁਰੂ ਤੋਂ ਹੀ ਉਹ ਇੱਕ ਤੁਸੀਂ ਸਮਝ ਸਕਦੇ ਹੋ ਕਿ ਤੁਸੀਂ ਇੱਕ ਉਦਾਹਰਨ ਪੜ੍ਹਿਆ ਹੋਣਾ ਵੈ ਕਿ ਦੇਖੋ ਆਦਮੀ ਜ਼ਰੂਰੀ ਨਹੀਂ ਹੈ ਕਿ ਆਦਮੀ ਉਸ ਦੇ ਅੰਦਰ ਰਵੇ ਤੇ ਬਹੁਤ ਜ਼ਿਆਦਾ ਹੁੰਦਾ ਵਾ। ਆਦਮੀ ਬਾਹਰ ਬੈਠ ਕੇ ਵੀ ਇਸ ਚੀਜ਼ ਨੂੰ ਫੀਲ ਕਰਦਾ ਹੈ। ਭਾਜਪਾ ਇੱਕ ਰਾਸ਼ਟਰਵਾਦ ਦੇ ਨਾਲ ਇਹ 'ਚ ਨੋ ਡਾਊਟ ਕਿ ਇਸ ਸਮੇਂ ਜੋ ਪੰਜਾਬ 'ਚ ਕੀ ਹਿੰਦੁਸਤਾਨ 'ਚ ਇੱਕ ਬਦਲਾਵ ਆਇਆ ਹੈ, ਬਹੁਤ ਵੱਡਾ ਬਦਲਾਵ ਹੈ। ਪਾਰਟੀ ਕੋਈ ਵੀ ਆਵੇ ਪਰ ਇੱਕ ਸੋਚ ਦੇਸ਼ ਪ੍ਰਤੀ ਜਿਹੜੀ ਜਾਗਰਿਤ ਹੋਈ ਹੈ ਉਹ ਇਸ ਭਾਜਪਾ ਕਾਰਨ ਹੈ। ਭਾਜਪਾ ਵੈਸੇ ਹੀ ਸਾਡੀ ਰੂਹ ਹੈ ਤੇ ਅਸੀਂ ਰੂਹ ਤੋਂ ਕਿੱਦਾਂ ਅਲੱਗ ਹੋ ਸਕਦੇ ਹਾਂ। ਨਵੀਂ ਸਰਕਾਰ ਆਈ, ਗਰੰਟੀਆਂ ਦੇ ਨਾਲ ਆਈ, 92 ਸੀਟਾਂ ਦੇ ਨਾਲ ਆਈ, ਕੀ ਮਹਿਸੂਸ ਕਰ ਰਹੇ ਹੋ ਬਤੌਰ ਸਨਅਤਕਾਰ, ਬਤੌਰ ਰਾਜਨੀਤਿਕ ਵਿਸ਼ੇਸ਼ ਲੱਗਿਆ ਤੁਸੀਂ ਕੀ ਇਸ ਤਰ੍ਹਾਂ ਦਾ ਮਹਿਸੂਸ ਕੀਤਾ? ਨਵੀਂ ਸਰਕਾਰ ਆਈ ਜਿਹੜੀਆਂ ਗਰੰਟੀਆਂ ਦੇ ਨਾਲ ਆਈ, ਕੀ ਲੱਗ ਰਿਹਾ ਕਿ ਕੁਝ ਪੂਰਾ ਹੋ ਸਕਣਗੀਆਂ? ਦੂਸਰੀ ਗੱਲ ਮੈਂ ਤੁਹਾਡੇ ਨਾਲ ਇੱਕ, ਇਹ ਮੇਰਾ ਅੰਤਿਮ ਸਵਾਲ ਵੀ ਰਹੇਗਾ ਔਰ ਇਹ ਮਹੱਤਵਪੂਰਨ ਸਵਾਲ ਹੈ ਕਿ ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹੀ ਹਾਲ ਹੈ। ਲਗਾਤਾਰ ਗੋਲੀਆਂ ਚੱਲ ਰਹੀਆਂ, ਕਤਲ ਹੋ ਰਹੇ ਨੇ, ਲੁੱਟਾਂ ਖੋਹਾਂ ਖਸੁੱਟ, ਔਰ ਮੈਂ ਜਾਣਨਾ ਚਾਹੁੰਦਾ ਕਿ ਇਸ ਬਾਰੇ ਤੁਹਾਡੀ ਕੀ ਰਾਏ ਹੋਏਗੀ, ਕੀ ਤੁਸੀਂ ਕਹਿਣਾ ਚਾਹੁੰਦੇ ਹੋ, ਕੀ ਵਿਚਾਰ ਹੈ ਤੁਹਾਡੇ? ਦੇਖੋ 3-4 ਮਹੀਨੇ ਪਿੱਛੇ ਤੁਸੀਂ ਚਲੇ ਜਾਓ, ਜਦੋਂ ਚੰਨੀ ਸਰਕਾਰ ਆਈ ਹੈ, ਚੰਨੀ ਸਰਕਾਰ ਨੇ ਬਹੁਤ ਹੀ ਮਨ ਲੁਭਾਵਨੀਆਂ ਲੋਕਾਂ ਨੂੰ ਫੈਸਿਲਿਟੀਆਂ ਦਿੱਤੀਆਂ, ਉਹਨਾਂ ਨੂੰ ਬਹੁਤ ਜ਼ਿਆਦਾ ਵਾਅਦੇ ਕੀਤੇ, ਇਸ ਤਰ੍ਹਾਂ ਕਰਾਂਗੇ। ਲੋਕੀ ਉਹਨਾਂ ਚੀਜ਼ਾਂ ਨੂੰ ਵੋਟ 'ਚ ਕਨਵਰਟ ਨਹੀਂ ਕੀਤਾ ਉਹਨਾਂ ਨੇ। ਚੰਨੀ ਸਰਕਾਰ ਹਾਰ ਗਈ। ਇਸ ਤਰ੍ਹਾਂ ਹੀ ਆਪ ਸਰਕਾਰ ਆਈ, ਆਪ ਸਰਕਾਰ ਬੈਠੇ ਬਿਠਾਏ ਆਈ। ਚਲੋ ਕੋਈ ਵੀ ਕਾਰਨ ਸੀਗਾ ਪਰ ਇਸ ਸਮੇਂ ਉਹ ਸਰਕਾਰ ਆ ਗਈ। ਤੁਸੀਂ ਇਹ ਦੇਖੋ, ਉਹ ਇੱਕ ਐਸੀ ਕਾਰ ਦੇ ਵਿੱਚ ਸਵਾਰ ਹੋਈ ਜਿਹਦੇ ਨਾ ਟਾਇਰ ਹੈ, ਨਾ ਕਿਤੇ ਉਹ ਚੱਲਦੀ ਹੈ, ਨਾ ਕਿਤੇ ਪੈਂਚਰ ਕਾਰ ਹੈ, ਟੁੱਟੀ ਭੱਜੀ ਕਾਰ ਹੈ। ਉਸ ਕਾਰ ਨੂੰ ਇਹਨਾਂ ਨੇ ਚਲਾਉਣਾ ਹੈ। ਉਹ ਕਿੱਦਾਂ ਚਲਾਉਣਗੇ, ਬੜਾ ਵੱਡਾ ਮੁਸ਼ਕਿਲ ਹੈ ਕਿ ਇਕੱਲੇ ਦੇਖੋ ਡਰਾਈਵਰ ਬਦਲਣ ਦੇ ਨਾਲ ਤੁਸੀਂ ਕਹੋਗੇ ਕਿ ਕਾਰ ਬਹੁਤ ਜ਼ਿਆਦਾ ਚੱਲਣ ਲੱਗ ਪਏਗੀ, ਇਸ ਤਰੀਕੇ ਨਾਲ ਨਹੀਂ ਹੋਣਾ। ਪਹਿਲਾਂ ਸਟਰਕਚਰ, ਕਾਰ ਬਦਲੇਗੀ, ਡਰਾਈਵਰ ਜਿੰਨਾ ਮਰਜ਼ੀ ਬਾਅਦ 'ਚੋਂ ਵੀ ਅੱਛਾ ਆ ਜਾਏਗਾ। ਪਰ ਸਾਡਾ ਸਭ ਤੋਂ ਸਿਸਟਮ ਦੇਖੋ, ਮੋਦੀ ਜੀ ਕੀ ਕਹਿ ਕੇ ਗਏ ਕਿ ਅਸੀਂ ਨਸ਼ਿਆਂ ਦੇ ਨਾਲ ਲੜਨਾ ਵਾ, ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਹੈ। ਪਰ ਦੇਖੋ ਮਤਦਾਤਾ ਮਾਮਾ ਨੇ ਵੀ ਉਹ ਚੀਜ਼ ਨਹੀਂ ਸੱਚੀ। ਜਿਹੜਾ ਦੇਖੋ ਹੁਣ ਦੇਖੋ ਕਿ ਨਸ਼ਾ ਵਿਕਣਾ ਬੰਦ ਹੋ ਗਿਆ, ਨਹੀਂ, ਨਸ਼ਾ ਉੱਦਾਂ ਹੀ। ਪਿੱਛੇ ਵੀ ਦੇਖੋ ਉਹਨੇ ਇੰਜੈਕਸ਼ਨ ਲਗਾਇਆ, ਇੰਨੇ ਦੀ ਡੈਥ ਹੋ ਗਈ, ਨਸ਼ਾ ਅੱਜ ਵੀ ਵਿਕਦਾ ਰਹੇਗਾ। ਇੱਕ ਅੱਛੀ ਗੱਲ ਨੂੰ ਪਕੜਨਾ ਵੀ ਮਤਦਾਤਾ ਦੇ ਕੋਲ ਬਹੁਤ ਜ਼ਿਆਦਾ ਮੁਸ਼ਕਿਲ ਸੀ ਕਿ ਉਸ ਪਹੁੰਚ ਨੂੰ, ਸੋਚ ਨੂੰ ਨਹੀਂ ਪਾ ਸਕੇ ਕਿ ਅਸੀਂ ਨਸ਼ਿਆਂ ਤੋਂ ਦੂਰ ਜਾਣਾ ਹੈ। ਅਸੀਂ ਇੱਕ ਅੱਛੀ ਸਰਕਾਰ ਲੈ ਕੇ ਆਉਣੀ ਹੈ। ਅਸੀਂ 300 ਬਿਜਲੀ ਮੁਫਤ ਨੂੰ ਨਹੀਂ ਲੈ ਕੇ ਆਉਣੀ, ਅਸੀਂ ਇੱਕ ਸਰਕਾਰ ਲੈ ਕੇ ਆਉਣੀ ਹੈ ਜਿਹੜੀ ਪੰਜਾਬ ਨੂੰ ਬਣਾਵੇ। ਅਸੀਂ ਦੇਖੋ ਅਸੀਂ ਨਸ਼ਿਆਂ 'ਚ ਹੈ। ਉਹ ਘਰ ਕੀ ਹੋਏਗਾ, ਜਿਹੜਾ 300 ਰੁਪਏ ਦੀ ਬਿਜਲੀ ਬਚਾਏਗਾ ਉਹ ਕੀ ਕਰੂਗਾ? ਉਸ ਜਿਹੜਾ ਬਚਿਆ ਹੋਇਆ ਪੈਸਾ ਜਾਂ ਤਾਂ ਉਹ ਨਸ਼ੇ ਵੱਲ ਲੜਾਈ ਕਰਕੇ, ਤੁਸੀਂ ਦੇਖੋ ਨਾ ਮਾਂ ਪਿਓ ਦੀ ਵੀ ਨਹੀਂ ਸੁਣਦੇ, ਉਹ ਘਰ 'ਚ ਲੜਾਈ ਰਹਿੰਦੀ ਹੈ, ਪਤੀ ਪਤਨੀ ਦੀ ਨਹੀਂ ਸੁਣਦਾ, ਬੱਚਾ ਮਾਂ ਪਿਓ ਦੀ ਨਹੀਂ ਸੁਣਦਾ, ਝਗੜੇ ਵੀ ਹੋ ਜਾਂਦੇ ਨੇ, ਕਤਲ ਵੀ ਹੋ ਜਾਂਦੇ ਨੇ, ਇਸੇ ਕਰਕੇ ਕਿ ਉਹ ਪੈਸਾ ਅਸੀਂ ਇਹਨਾਂ ਨੂੰ ਆਤਮ ਨਿਰਭਰ ਬਣਾਉਣਾ ਹੈ, ਨਾ ਕਿ ਅਸੀਂ ਇਹਨਾਂ ਨੂੰ ਉਸ ਤਰੀਕੇ ਦੇ ਨਾਲ। ਤੁਸੀਂ ਦੇਖੋ ਤੁਹਾਡੇ ਬੱਚੇ ਹੋਣ, ਮਾਂ ਪਿਓ ਕਹਿਣ ਤੁਸੀਂ ਕੰਮ ਕੋਈ ਨਹੀਂ ਆ, ਤੈਨੂੰ ਆਹ ਵੀ ਚੀਜ਼ ਫ੍ਰੀ ਮਿਲੇਗੀ, ਤੈਨੂੰ ਆਹ ਵੀ ਚੀਜ਼ ਫ੍ਰੀ ਮਿਲੇਗੀ, ਉਹ ਬੱਚਾ ਕਿੱਦਾਂ ਡਿਵੈਲਪ ਕਰ ਪਾਏਗਾ ਆਪਣੀ ਪਰਸਨੈਲਿਟੀ ਨੂੰ? ਪੰਜਾਬ ਨੂੰ ਵੀ ਇਸੇ ਸੋਚ ਦੀ ਲੋੜ ਹੈ। 300 ਚੀਜ਼ਾਂ, 300 ਬਿੱਲ ਦੀ ਬਿੱਲ ਮੁਫਤ ਦੀਆਂ, ਜਾਂ ਆਹ ਚੀਜ਼ ਮੁਫਤ ਦੀਆਂ, 1000 ਰੁਪਏ ਦੀਆਂ, ਇਹਨਾਂ ਨੂੰ ਇਹ ਚੀਜ਼ਾਂ ਦੀ ਨਹੀਂ, ਇਹਨਾਂ ਨੂੰ ਇੱਕ ਆਤਮ ਨਿਰਭਰ ਸਟਰਕਚਰ ਦੇਣ ਦੀ ਲੋੜ ਹੈ। ਸਾਡੇ ਪੰਜਾਬ ਵਿੱਚ ਸਿਰਫ ਇੱਕ ਖੇਤੀਬਾੜੀ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਹੈ, ਬਿਜ਼ਨਸ ਦੇ ਉੱਤੇ ਬਹੁਤ ਜ਼ੋਰ ਘੱਟ ਹੈ। ਤੁਸੀਂ ਦੇਖੋ ਸ਼੍ਰੀਲੰਕਾ ਇਸ ਲਈ ਫੇਲ ਹੈ ਡੈਪਟ ਦੇ ਕਾਰਨ, ਉਸ ਤੋਂ ਜ਼ਿਆਦਾ ਡੈਪਟ ਪੰਜਾਬ ਦੇ ਉੱਤੇ ਹੈ। ਤੁਸੀਂ ਫ੍ਰੀ ਤੇ ਵੰਡ ਰਹੇ ਹੋ, ਪਰ ਤੁਸੀਂ ਇਹ ਦੇਖੋ ਤੁਸੀਂ ਉਹਦੇ ਵਾਸਤੇ ਪੈਦਾਵਾਰ ਕੀ ਕਰ ਰਹੇ ਹੋ? ਪੈਦਾਵਾਰ ਸਾਡੀ ਬਹੁਤ ਜ਼ਿਆਦਾ ਘੱਟ ਹੈ। ਪੈਦਾਵਾਰ ਕਿੱਥੋਂ ਆਉਂਦੀ ਹੈ? ਬਿਜ਼ਨਸ ਤੋਂ। ਬਿਜ਼ਨਸ ਕਿੱਥੋਂ ਆਉਂਦਾ ਹੈ? ਅਦਾਰਿਆਂ ਤੋਂ। ਅਤੇ ਸਾਡੀ ਬਿਜ਼ਨਸ ਵਾਲੀ ਸੋਚ ਤਾਂ ਪੰਜਾਬ 'ਚ ਹੈ ਹੀ ਨਹੀਂ ਹੈ। ਅਸੀਂ ਪੰਜਾਬੀ ਹਾਂ ਜਿਹੜੇ ਅਸੀਂ ਆਪਣੀ ਮਿਹਨਤ ਕਰਕੇ ਅੱਜ ਦੀ ਡੇਟ 'ਚ ਵੀ ਸਿਰਮੌਰ 'ਤੇ ਬੈਠੇ ਹਾਂ। ਕਈ ਜਿਹੜੀਆਂ ਲਾਈਨਾਂ ਮੈਂ ਬਿਜ਼ਨਸ ਦੀਆਂ ਅਸੀਂ ਅੱਜ ਵੀ ਹਾਂ, ਪਰ ਸਾਨੂੰ ਗੌਰਮੈਂਟ ਦੀ ਕੋਈ ਵੀ ਸਹਾਇਤਾ ਨਹੀਂ ਹੈ, ਕਿਉਂਕਿ ਪੰਜਾਬ ਇੱਕ ਕੋਨੇ ਤੋਂ ਬੈਠਾ ਹੈ। ਇਹਦੇ ਕੋਲ ਆਪਣਾ ਖੇਤੀਬਾੜੀ ਤੋਂ ਇਲਾਵਾ ਆਪਣੇ ਕੋਲ ਕੋਈ ਚੀਜ਼ ਨਹੀਂ ਹੈ। ਕੋਈ ਵੀ ਦੇਖੋ ਰਾ ਮਟੀਰੀਅਲ ਆਉਂਦਾ ਵਾ, ਉਹ ਪਹਿਲਾਂ ਬਾਹਰੋਂ ਆਉਂਦਾ ਵਾ, ਉਹਦੇ ਉੱਤੇ ਕਿਰਾਇਆ ਪੈਂਦਾ ਵਾ, ਉੱਤੇ ਲਾਗਤ ਆਉਂਦੀ ਹੈ, ਫਿਰ ਉਹ ਪ੍ਰੋਡਕਟ ਬਣਦਾ ਵਾ, ਫਿਰ ਉਹ ਬਾਹਰ ਜਾਂਦਾ ਹੈ, ਉਹਦੇ ਉੱਤੇ ਫਿਰ ਉਹਦੇ 'ਤੇ ਕਿਰਾਇਆ ਪੈਂਦਾ ਵਾ, ਉਹਦੇ 'ਤੇ ਫਿਰ ਕਈ ਖਰਚੇ ਪੈਂਦੇ ਨੇ।
ਉਹ ਖਰਚਿਆਂ ਨੂੰ ਉਹ ਪੂਰੇ ਇੰਡੀਆ ਦੇ ਨਾਲ ਸਟਰਗਲ ਕਰਦਾ ਵਾ, ਫਿਰ ਵੀ ਉਹ ਆਪਣੀ ਹਿੰਮਤ ਨਾਲ ਪੰਜਾਬੀ ਅੱਜ ਦੀ ਡੇਟ 'ਚ, ਕਿਉਂਕਿ ਪੰਜਾਬੀ ਕੌਮ ਹੈ ਉਹ ਬੜੀ ਹਿੰਮਤੀ ਕੌਮ ਹੈ, ਉਹ ਕਦੀ ਹਾਰ ਨਹੀਂ ਮੰਨਦੀ। ਪਰ ਅੱਜ ਦੀ ਡੇਟ 'ਚ ਇਹਨਾਂ ਚੀਜ਼ਾਂ ਨੂੰ ਕੱਲੀ ਤੁਸੀਂ ਕਹੀਏ ਕਿ ਸਾਡੀ ਹਿੰਮਤ ਹੀ ਕੱਲੀ ਆਏਗੀ, ਉਹ ਹਿੰਮਤ ਇਸ ਸਮੇਂ ਕੱਲੀ ਹਿੰਮਤ ਨਹੀਂ, ਜ਼ਰੂਰਤ ਹਿੰਮਤ ਦੇ ਨਾਲ ਸਾਨੂੰ ਸਹਾਇਤਾ ਦੀ, ਬਿਜ਼ਨਸ ਗਾਈਡਲਾਈਨ ਦੀ ਬਹੁਤ ਜ਼ਿਆਦਾ ਜ਼ਰੂਰੀ ਹੈ। ਯੂਪੀ ਨੇ ਦੇਖੋ ਕਿੰਨੀ ਤਰੱਕੀ ਕੀਤੀ ਹੋਈ, ਉਹਨਾਂ ਦਾ ਰੋਡ ਸਟਰਕਚਰ ਦੇਖੋ, ਤੁਸੀਂ ਉਹਨਾਂ ਦਾ ਦੂਸਰੇ ਫੰਕਸ਼ਨ ਦੇਖੋ, ਉਹਨਾਂ ਨੂੰ ਪਤਾ ਹੈ ਕਿ ਅਸੀਂ ਆਹ ਚੀਜ਼ ਨੂੰ ਲੈ ਕੇ ਆਉਣਾ ਹੈ। ਸਾਡੇ ਕੋਲ ਤਾਂ ਸਿਰਫ ਇੱਕ ਕਿਸਾਨੀ ਮੁੱਦਾ ਹੀ ਹੈ, ਬਿਜ਼ਨਸ ਵਾਸਤੇ ਕੁਝ ਹੈ ਨਹੀਂ। ਬਿਜ਼ਨਸ ਇੱਕ ਗਾਂ ਦੀ ਤਰ੍ਹਾਂ ਬਣਾ ਕੇ ਰੱਖਿਆ ਹੈ ਕਿ ਹਾਂਜੀ ਜਿਹੜਾ ਆ ਜਾਵੇ ਦੁੱਧ ਚੋ ਕੇ ਲੈ ਜਾਵੇ, ਉਹਨੂੰ ਜਿਹੜਾ ਚਾਰਾ ਖਿਲਾਣਾ, ਚਾਰਾ ਖਿਲਾਉਣ ਦਾ ਕਿਸੇ ਨੂੰ ਨਹੀਂ ਪਤਾ, ਚਾਹੇ ਜਾਂ ਉਹ ਦੁੱਧ ਦੇ ਕੇ ਖਾਲੀ ਹੋ ਜਾਏ। ਧੰਨਵਾਦ ਦੀਪਕ ਜੀ, ਤੁਹਾਡੇ ਨਾਲ ਬਣੇ ਰਹਾਂਗੇ। ਅਗਲੀ ਮੁਲਾਕਾਤ ਅਗਲੇ ਹਫਤੇ। ਬਹੁਤ ਵਧੀਆ ਢੰਗ ਦੇ ਨਾਲ ਤੁਸੀਂ ਜੋ ਪਿਛਲੇ ਜੋ ਵੀ ਰਾਜਨੀਤਿਕ ਸਾਰਾ ਘਟਨਾਕ੍ਰਮ ਪੰਜਾਬ ਦੇ ਵਿੱਚ ਹੋਇਆ ਹੈ, ਤੁਸੀਂ ਬਹੁਤ ਹੀ ਅੱਛੇ ਢੰਗ ਦੇ ਨਾਲ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਤੁਹਾਡੇ ਨਾਲ ਅਗਲੇ ਹਫਤੇ ਇਸੇ ਵਿਚਾਰ ਚਰਚਾ ਕਾਲਮ ਦੇ ਨਾਲ ਫਿਰ ਬਣੇ ਰਹਾਂਗੇ। ਧੰਨਵਾਦ ਇੱਕ ਵਾਰ ਫਿਰ।